गुरु जी। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। खालसा जी मेरा क्वेश्चन बच्चों के बारे है। आजकल जितने भी बच्चे कितने देखते हैं जी पता नहीं बाहर के कंट्रियों का प्रभाव है या ਸਾਡੇ ਕੋਲ ਉਹਨਾਂ ਦੀ ਚੰਗੀ ਪੈਰੈਂਟਿੰਗ ਨਹੀਂ ਹੋ ਪਾ ਰਹੀ। ਬੱਚਿਆਂ ਦੇ ਵਿੱਚ ਗੁੱਸਾ ਮੀਨ ਹੋਣਾ ਇਹ ਸਭ ਕੁਝ ਬਹੁਤ ਜ਼ਿਆਦਾ ਹੋ ਗਿਆ। ਪਤਾ ਨਹੀਂ ਇਹਦਾ ਕੋਈ ਸੋਲੂਸ਼ਨ ਅਸੀਂ ਕਿੱਥੇ ਗਲਤ ਆ ਸਾਨੂੰ ਕੀ ਕਰਨਾ ਚਾਹੀਦਾ। ਇੱਕ ਦੂਜੇ ਦੇ ਨਾਲ ਬੱਚੇ ਜ਼ਿਆਦਾ ਦੇਰ ਖੇਡ ਨਹੀਂ ਪਾਉਂਦੇ। ਥੋੜੀ ਕੁ ਦੇਰ ਬਾਅਦ ਹੀ ਲੜ ਕੇ ਮੀਨ ਹੋ ਕੇ ਭੱਜ ਜਾਂਦੇ ਇੱਕ ਦੂਜੇ ਤੋਂ। ਜੇ ਉਹਨਾਂ ਨੂੰ ਕੋਈ ਕੁਝ ਕਰਾਉਣ ਦੀ ਕੋਸ਼ਿਸ਼ ਕਰੀਏ ਤੇ ਕਨਸੈਂਟਰੇਸ਼ਨ ਨਹੀਂ ਹੈਗੀ। ਜੇ ਘਰੇ ਕੋਸ਼ਿਸ਼ ਕਰੀਏ ਕਿ ਕੋਈ ਬੱਚੇ ਨੂੰ ਪਾਠ ਪੜਾਈਏ ਬਾਣੀ ਪੜਾਈਏ ਤੇ ਉਹ ਵੀ ਇੱਕ ਅੱਧੀ ਵਾਰੀ ਸੁਣ ਲੈਣਗੇ ਬਸ ਫਿਰ ਇੰਟਰਸਟ ਹੀ ਨਹੀਂ ਸ਼ੋ ਕਰਦੇ। ਕਹਿਣਾ ਉਹਦਾ ਇੱਕ ਸੰਸਾਰ ਦਾ ਇੱਕ ਨਿਯਮ ਹੈ ਕਿ ਅਸੀਂ ਜੋ ਕੁਝ ਸਿੱਖਦੇ ਆ ਨਾ ਅਸੀਂ ਸੰਗਤ ਤੋਂ ਸਿੱਖਦੇ ਹਾਂ। ਉਹ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਜਾਂ ਅਸੀਂ ਕਿਸੇ ਦੀ ਸੰਗਤ ਕੀਤੀ ਹੈ ਉਹ ਜਿਹੇ ਮਨੁੱਖ ਦੀ। ਸਾਡੇ ਅੰਦਰ ਜਿਹੜਾ ਹੈ ਉਹ ਗੁਣਾਂ ਨੂੰ ਸਿੱਖਣ ਦਾ ਵੀ ਸੇਮ ਹੀ ਰੰਗ ਹੈ ਤੇ ਔਗਣਾਂ ਨੂੰ ਸਿੱਖਣ ਦਾ ਵੀ ਸੇਮ ਹੀ ਹੈ ਕਿ ਸੰਗਤ ਚੋਂ ਪ੍ਰਗਟ ਹੋਏਗਾ। ਜਿੱਦਾਂ ਦੀ ਸੰਗਤ ਹੋਏਗੀ ਉਦਾਂ ਦਾ ਜਿਹੜਾ ਹੈ ਉਹ ਰੰਗ ਪ੍ਰਗਟ ਹੋਏਗਾ। ਹੋਇਆ ਕੀ ਹੈ ਕਿ ਸਮਾਜਿਕ ਕਾਫੀ ਚੀਜ਼ਾਂ ਜਿਹੜੀਆਂ ਨੇ ਨਾ ਅਸੀਂ ਬੱਚਿਆਂ ਨੂੰ ਹਰ ਚੀਜ਼ 'ਚ ਇਨਵੋਲਵ ਕਰਨਾ ਸ਼ੁਰੂ ਕਰ ਲਿਆ। ਜਿਵੇਂ ਪੁਰਾਣੇ ਸਾਡੇ ਬਜ਼ੁਰਗ ਸੀ ਸਾਨੂੰ ਯਾਦ ਹੈ ਅਸੀਂ ਜੇ ਖੇਡਣਾ ਤੇ ਉਹਨਾਂ ਨੇ ਜੇ ਕਿਤੇ ਉਹਨਾਂ ਦੇ ਕੋਲ ਬਹਿ ਜਾਣਾ ਉਹਨਾਂ ਨੇ ਕੋਈ ਬਾਤ ਕਰਨੀ ਪਰਿਵਾਰਕ ਜਾਂ ਕੋਈ ਉਹਨਾਂ ਨੇ ਕਹਿ ਲਓ ਕਿਸੇ ਨੂੰ ਝਿੜਕਣਾ ਜਾਂ ਪਰਿਵਾਰ ਦੀ ਕੋਈ ਲੜਾਈ ਦੀ ਗੱਲ ਹੋਣੀ ਤੇ ਉਹਨਾਂ ਨੇ ਸਾਨੂੰ ਕਹਿ ਦੇਣਾ ਤੁਸੀਂ ਜਾਓ ਬੱਚਿਆਂ ਦਾ ਕੋਈ ਕੰਮ ਨਹੀਂ ਇੱਥੇ ਜਾਓ ਬਾਹਰ ਖੇਡੋ। ਅੱਜ ਸਾਡਾ ਹਾਲ ਇਹ ਹੈ ਕਿ ਅਸੀਂ ਬੱਚਿਆਂ ਨਾਲ ਹਰ ਗੱਲ ਕਰਦੇ। ਇਹਨਾਂ ਦੇਸ਼ਾਂ ਦੇ ਵਿੱਚ ਵਿਚਰਦਿਆਂ ਅਸੀਂ ਇੱਕ ਚੀਜ਼ ਪਾਈ ਹੈ ਕਿ ਮਾਤਾ ਪਿਤਾ ਘਰ ਆ ਕੇ ਬੱਚਿਆਂ ਦੇ ਨਾਲ ਗੁਰੂ ਘਰ ਵੀ ਕੀ ਹੋਇਆ ਉੱਥੇ ਗ੍ਰੰਥੀ ਸਾਹਿਬਾਨ ਨੇ ਕੀ ਕੀਤਾ ਉੱਥੇ ਪ੍ਰਧਾਨ ਨੇ ਕੀ ਕੀਤਾ ਉੱਥੇ ਫਲਾਣੇ ਨੇ ਕੀ ਕੀਤਾ ਜਿਹੜੀਆਂ ਨੈਗੇਟਿਵ ਬਾਤਾਂ ਨੇ ਉਹ ਵੀ ਅਸੀਂ ਬੱਚਿਆਂ ਨਾਲ ਕਰਦੇ। ਅਸੀਂ ਇਹ ਸਮਝ ਹੀ ਨਹੀਂ ਪਾਉਂਦੇ ਕਿ ਅਸੀਂ ਗੱਲਾਂ ਤੇ ਕਰ ਰਹੇ ਹਾਂ ਅਸੀਂ ਬੱਚੇ ਵੀ ਵਿੱਚ ਬੈਠੇ ਨੇ ਅਸੀਂ ਇਹ ਬਾਤ ਤੇ ਕਰ ਰਹੇ ਹਾਂ ਪਰ ਇਹਦੇ ਕੀ ਬੱਚਾ ਉਸ ਰੰਗ ਨੂੰ ਸਮਝਣ ਦੇ ਕਾਬਿਲ ਹੈ ਕਿ ਅਸੀਂ ਉਸ ਬਾਤ ਨੂੰ ਸਮਝ ਚੁੱਕੇ ਹਾਂ ਕਿ ਹਾਂ ਜਿੰਨੀ ਦੇਰ ਤੱਕ ਕਮਾਵਾਂਗੇ ਨਹੀਂ ਏਦਾਂ ਹੀ ਹੋਏਗਾ। ਕੀ ਅਸੀਂ ਸਮਝ ਚੁੱਕੇ ਹਾਂ ਕਿ ਉਹ ਜਿਹੜੇ ਕਮਾਉਣ ਵਾਲੇ ਨੇ ਸਤਿਗੁਰੂ ਕਹਿੰਦੇ ਨੇ ਐਨ ਵਿਰਲੇ ਨਾ ਹੀ ਘਣੇ। ਉਹ ਘਣੇ ਨਹੀਂ ਨੇ ਉਹ ਵਿਰਲੇ ਵਿਰਲੇ ਨੇ। ਅਸੀਂ ਇਹ ਨਹੀਂ ਸਮਝ ਰਹੇ ਕਿ ਜਦੋਂ ਅਸੀਂ ਏਦਾਂ ਬੱਚਿਆਂ ਨਾਲ ਕਰ ਰਹੇ ਹਾਂ ਤੇ ਕੀ ਬੱਚਾ ਜਿਹੜਾ ਹੈ ਉਹ ਕੱਲ ਨੂੰ ਗੁਰਦੁਆਰਾ ਸਾਹਿਬ ਜਾਣ ਦਾ ਉਹਦੀ ਇੱਛਾ ਜਿਹੜੀ ਹੈ ਉਹ ਕਿੱਦਾਂ ਦੀ ਹੋਏਗੀ। ਕਿਤੇ ਨਾ ਕਿਤੇ ਉਹਦੇ ਮਨ ਨੂੰ ਐਵੇਂ ਨਹੀਂ ਲੱਗੇਗਾ ਉੱਥੇ ਕੀ ਜਾ ਕੇ ਕਰਨਾ ਉੱਥੇ ਵਾਲੇ ਤੇ ਅੱਗੇ ਲੜਨ ਰਹੇ ਨੇ। ਅਸੀਂ ਬਿਨਾਂ ਸਮਝੇ ਸੁੱਤੇ ਸਿੱਧੀ ਕਾਫੀ ਚੀਜ਼ਾਂ ਨੇ ਜਿਹੜੀਆਂ ਗੜਬੜ ਕਰ ਰਹੇ ਹਾਂ ਬੱਚਿਆਂ ਦੇ ਨਾਲ। ਬੱਚੇ ਸਾਡੇ ਕੋਲੋਂ ਨਫ਼ਰਤ ਸਿੱਖ ਲੈਂਦੇ ਸਵਾਰਥ ਸਿੱਖ ਲੈਂਦੇ ਈਰਖਾ ਸਿੱਖ ਲੈਂਦੇ। ਫਿਰ ਸਾਡੇ ਵਾਂਗੂ ਕਦੀ ਕਦਾਈ ਇੱਕ ਰੰਗ ਆਉਂਦਾ ਏ ਤੇ ਜਦੋਂ ਸਤਿਗੁਰੂ ਅੰਦਰੋਂ ਕੋਈ ਚਿੰਨ੍ਹ ਲਾਉਂਦੇ ਨੇ ਕੋਈ ਰਹਿਮਤ ਕਰਦੇ ਨੇ ਕੋਈ ਬਖਸ਼ਿਸ਼ ਕਰਦੇ ਨੇ ਤੇ ਇੱਕ ਸੱਚੇ ਰੰਗ ਨੂੰ ਵੀ ਕਮਾ ਲੈਂਦੇ। ਸਭ ਤੋਂ ਜ਼ਰੂਰੀ ਜਿਹੜਾ ਹੈ ਜੇ ਇਹ ਰੰਗ ਨੂੰ ਕਰਨਾ ਹੈ ਨਾ ਤੇ ਫਿਰ ਸਭ ਤੋਂ ਜ਼ਰੂਰੀ ਹੈ ਕਿ ਹਰ ਸਮੇਂ ਬੱਚਿਆਂ ਨੂੰ ਝਿੜਕਣਾ ਜ਼ਰੂਰੀ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਝਿੜਕੀਏ ਜਾਂ ਉਹਨਾਂ ਨਾਲ ਨਾਰਾਜ਼ ਹੋਈਏ ਜਾਂ ਉਹਨਾਂ ਦੀਆਂ ਗਲਤੀਆਂ ਨੂੰ ਪਕੜੀਏ। ਜੇ ਉਹਨਾਂ ਦੀ ਗਲਤੀ ਨੂੰ ਪਕੜਨਾ ਹੈ ਤੇ ਫਿਰ ਆਪ ਜੀ 'ਚ ਇੰਨਾ ਕੁ ਪ੍ਰੇਮ ਵੀ ਉਹਨਾਂ ਪ੍ਰਤੀ ਹੋਣਾ ਚਾਹੀਦਾ ਉਸ ਗਲਤੀ ਤੇ ਦੱਸਦਿਆਂ ਜਾਂ ਝਿੜਕ ਮਾਰਦਿਆਂ ਇੰਨਾ ਕੁ ਪ੍ਰੇਮ ਨਾਲ ਭਰੇ ਹੋਵੋ ਕਿ ਬੱਚੇ ਨੂੰ ਜਿਹੜਾ ਲੱਗੇ ਨਾ ਕਿ ਮੈਨੂੰ ਜਿਹੜਾ ਇਹ ਝਿੜਕ ਵੱਜੀ ਉਹਨੂੰ ਲੱਗਾ ਇਹ ਮੇਰਾ ਭਲਾ ਹੋਇਆ ਇਹਦੇ ਵਿੱਚ।
ਇਹ ਤੇ ਮਾਤਾ ਪਿਤਾ ਨੂੰ ਜਿਹੜਾ ਹੈ ਉਹ ਵੇਖੋ ਇੱਕ ਬੜੀ ਵੱਡੀ ਪ੍ਰੋਬਲਮ ਹੈ ਜਿਹੜੀ ਹੁਣੇ ਡਿਸਕਸ ਕਰਕੇ ਆਏ ਆ ਕਿ ਅਸੀਂ ਕਮਾਉਣਾ ਭੁੱਲ ਗਏ। ਆ ਜਿਹੜੀ ਸਾਡੀ ਪੀੜ੍ਹੀ ਹੈ ਜਾਂ ਪਿਛਲੀ ਪੀੜ੍ਹੀ ਹੈ ਇਹਦੇ ਵਿੱਚ ਜਿਹੜਾ ਹੈ ਜ਼ਿਆਦਾਤਰ ਅਸੀਂ ਸਾਰਿਆਂ ਨੇ ਕੀ ਕੀਤਾ, ਕਿੱਥੇ ਵੇਖੋ ਅਸੀਂ ਜੰਗਲਾਂ 'ਚ ਵੀ ਰਹਿ ਲੈਂਦੇ ਹਾਂ, ਘਰ ਬਾਰ ਤਿਆਗ ਦਿੰਦੇ ਹਾਂ, ਗੁਰੂ ਦੇ ਰੰਗਾਂ ਵਾਸਤੇ, ਗੁਰੂ ਦੀ ਮਹਿਮਾ ਵਾਸਤੇ ਸਾਡੇ ਕੋਲ ਘਰ ਵੀ ਨਹੀਂ ਵੀ ਸਾਡੇ ਬਜ਼ੁਰਗਾਂ ਕੋਲ ਹੁੰਦੇ ਤੇ ਅਸੀਂ ਘੋੜਿਆਂ ਤੇ ਵੀ ਉਹਨਾਂ ਨੇ ਜੀਵਨ ਬਿਤਾਇਆ, ਘੋੜਿਆਂ ਦੀਆਂ ਕਾਠੀਆਂ ਤੇ ਵੀ ਸੁੱਤੇ, ਜੰਗਲਾਂ 'ਚ ਸੁੱਤੇ, ਛੋਲਿਆਂ ਨੂੰ ਬਦਾਮ ਕਹਿ ਲੈਂਦੇ, ਜੇ ਕੋਈ ਇੰਨੇ ਇੱਕ ਤਿਲ ਦੇ ਗਿਆ ਤੇ ਉਹ ਵੀ ਕੁੰਡੇ 'ਚ ਰਗੜ ਕੇ ਵੰਡ ਕੇ ਖਾ ਲੈਂਦੇ। ਘਰਾਂ ਨੂੰ ਅੱਗ ਲਾ ਦਿੰਦੀ ਸੀ ਜਿਹੜੀਆਂ ਉਸ ਸਮੇਂ ਦੀਆਂ ਸਰਕਾਰਾਂ ਸੀ, ਫਸਲਾਂ ਨੂੰ ਅੱਗ ਲਾ ਦਿੱਤੀ ਜਾਂਦੀ ਸੀ, ਪਰ ਉਹਨਾਂ ਦੀ ਖੁਸ਼ੀ ਨੂੰ ਅੱਗ ਨਹੀਂ ਲਾ ਸਕਿਆ ਕੋਈ, ਉਹਨਾਂ ਦੇ ਰੰਗ ਨੂੰ, ਉਹਨਾਂ ਦੀ ਜਿਹੜੇ ਨੂੰ, ਉਹਨਾਂ ਦੀ ਜਿਹੜੀ ਖੁਸ਼ਬੂ ਹੈ ਉਹਨੂੰ ਕੋਈ ਅੱਗ ਨਹੀਂ ਲਾ। ਸਾਡੀਆਂ ਦੋ ਪੀੜ੍ਹੀਆਂ ਨੇ ਜਿਹੜੀ ਉਹ ਸੰਸਾਰਕ ਮਿਹਨਤ ਤੇ ਬਹੁਤ ਕੀਤੀ, ਸੰਸਾਰ ਦੀ ਮਿਹਨਤ ਤੇ ਬਹੁਤ ਜ਼ਿਆਦਾ ਕੀਤੀ ਕਿ ਅਸੀਂ ਕੱਚਿਆਂ ਕੋਠਿਆਂ ਤੋਂ, ਕੱਚਿਆਂ ਢਾਰਿਆਂ ਚੋਂ ਪੱਕੀਆਂ ਮਹਿਲਾਂ ਤੱਕ ਸਫ਼ਰ ਕਰ ਲਿਆ। ਇੱਥੇ ਪੈਰੀ ਪਾਉਣ ਨੂੰ ਜੁੱਤੀ ਨਹੀਂ ਹੀ ਹੁੰਦੀ, ਅੱਜ ਅਸੀਂ ਗੱਡੀਆਂ ਤੇ ਚੜੇ ਫਿਰਦੇ ਆ, ਇਹ ਯਾਤਰਾ ਤੇ ਪੂਰੀ ਹੋਈ ਸਾਡੀ। ਪਰ ਇਹਦੇ ਵਿੱਚ ਗੁਰੂ ਦੀ ਸਿੱਖੀ ਨੂੰ, ਉਹਦੇ ਰੰਗਾਂ ਨੂੰ, ਉਹਦੀ ਖੁਸ਼ਬੂ ਨੂੰ ਕਮਾਉਣਾ ਭੁੱਲ ਗਏ। ਜਦੋਂ ਉਹ ਸਤਿਗੁਰੂ ਦੀ ਸਿੱਖੀ ਦੇ ਉਹ ਅਪਾਰ ਗੁਣ ਜਿਹੜੇ ਨੇ ਨਾ ਸਾਡੇ 'ਚ ਨਹੀਂ ਝਲਕਦੇ ਤੇ ਫਿਰ ਸਾਡੇ ਬੱਚੇ ਸਾਡੇ ਕੋਲ, ਸਾਡੇ ਸਮਾਜ 'ਚ ਹੀ ਪਲ ਰਹੇ ਨੇ, ਉਹ ਫਿਰ ਉਹ ਸਿੱਖ ਲੈਂਦੇ ਜੋ ਸਮਾਜ ਦੇ ਵਿੱਚ ਚੱਲ ਰਿਹਾ ਹੈ, ਉਹਨਾਂ ਉਹ ਹੀ ਸਿੱਖਣਾ ਹੈ ਜੋ ਸਮਾਜ ਦੇ ਵਿੱਚ ਚੱਲਦਾ ਹੈ। ਬੇਅੰਤ ਚੀਜ਼ਾਂ ਨੇ ਜਿਹੜੀਆਂ ਇਹ ਸਮਝਣ ਵਾਲੀਆਂ ਨੇ। ਹੁਣ ਇੱਕ ਪੁਰਾਣੇ ਸਮੇਂ ਦੇ ਵਿੱਚ ਕੀ ਕਰਦੇ ਸੀ ਲੋਕ ਕਿ ਜੇ ਆਪ ਉਹਨੇ ਗੁਣਵਾਨ ਨਹੀਂ ਸੀ ਤੇ ਬੱਚਿਆਂ ਨੂੰ ਕਿਸੇ ਗੁਰਸਿੱਖ ਕੋ ਛੱਡ ਆਉਂਦੇ ਸੀ, ਕਿਸੇ ਸਾਧੂ ਕੋ ਛੱਡ ਆਉਂਦੇ ਸੀ ਕੁਝ ਸਮੇਂ ਲਈ ਕਿ ਤੂੰ ਇੱਥੇ ਜਿਹੜਾ ਹੈ ਇਹਨੂੰ ਗੁਰਸਿੱਖੀ ਦੇ ਰੰਗ ਸਿਖਾਓ। ਅੱਜ ਅਸੀਂ ਕੀ ਕਰ ਰਹੇ ਹਾਂ, ਅੱਜ ਅਸੀਂ ਸਮਾਜ ਦੇ ਵਿੱਚ ਜਿਹੜਾ ਹੈ ਉਹ ਸਾਧੂਆਂ ਦੀ, ਉਹਨਾਂ ਦੀ ਜਿਹੜੀ ਉਹ ਪ੍ਰਚਾਰ ਹੈ ਕਿ ਬੁਰੇ ਹੀ ਹੁੰਦੇ, ਤੇ ਅਸੀਂ ਵੀ ਸਾਰੇ ਜਿਹੜੇ ਉਹ ਕਿਤੇ ਨਾ ਕਿਤੇ ਉਸ ਦਾ ਸ਼ਿਕਾਰ ਹੋਏ। ਹਾਲਾਂਕਿ ਅਸੀਂ ਖੁਦ ਵੀ ਇਸ ਚੀਜ਼ ਦਾ ਸ਼ਿਕਾਰ ਹਾਂ ਕਿ ਸਾਧੂ ਸ਼ਬਦ ਆ ਜਾਣਾ ਤੇ ਅਸੀਂ ਸੋਚਣਾ ਸਾਧੂ ਨਹੀਂ ਠੀਕ ਹੁੰਦੇ, ਇਹ ਪਖੰਡੀ ਹੁੰਦੇ, ਚੋਲੇ ਪਾ ਕੇ ਏਦਾਂ ਕਰਦੇ, ਏਦਾਂ ਕਰਦੇ। ਇੱਕ ਦਿਨ ਗੁਰੂ ਪਿਤਾ ਤੋਂ ਸਹਿਜ ਜਾਪ ਕਰਦੇ ਸੀ ਤੇ ਗੁਰੂ ਪਿਤਾ ਜਿਹੜਾ ਉਹ ਸਾਧੂਆਂ ਦੀ ਮਹਿਮਾ ਬਹੁਤ ਕਰ, ਤੇ ਸਹਿਜ ਜਾਪ ਤੋਂ ਬਾਅਦ ਅਸੀਂ ਸਾਈਡ ਤੇ ਹੋ ਕੇ ਬਹਿ ਗਏ, ਸਤਿਗੁਰੂ ਨੂੰ ਪੁੱਛਣ ਲੱਗੇ ਕਿ ਮੇਰੇ ਅੰਦਰ ਸਾਧੂਆਂ ਪ੍ਰਤੀ ਨਫ਼ਰਤ ਹੈ, ਪਰ ਤੁਸੀਂ ਉਹਨਾਂ ਦੀ ਮਹਿਮਾ ਬੜੀ ਕਰਾਉਂਦੇ ਹੋ। ਸਾਡਾ ਜਿਹੜਾ ਸਮਾਜ ਹੈ ਜਿਹਦੇ 'ਚ ਅਸੀਂ ਪਲਦੇ ਆ ਉਹਦੇ 'ਚ ਸਾਧੂਆਂ ਦੇ ਖਿਲਾਫ ਬਹੁਤ ਹੈ ਕਿ ਮਾੜੇ ਹੀ ਹੁੰਦੇ, ਬਹੁਤ ਏਦਾਂ ਹੁੰਦੇ, ਆਹ ਹੁੰਦੇ, ਆਹ। ਤੁਸੀਂ ਸਾਧੂਆਂ ਦੀ ਮਹਿਮਾ ਗਾਉਂਦੇ ਹੋ, ਸਾਧੂ ਕਿਹੜੇ ਨੇ? ਮੇਰੇ ਮਨ 'ਚ ਏਦਾਂ ਕਿਉਂ ਹੈ? ਮੈਂ ਸਮਾਜ ਤੋਂ ਜੋ ਸਿੱਖਿਆ ਹੈ ਕਿ ਉਹ ਗਲਤ ਹੈ ਸਾਰਾ, ਤੇ ਸਤਿਗੁਰੂ ਕਹਿੰਦੇ ਗਲਤ ਹੈ। ਸਮਾਜ ਦੀ ਜਿੰਨੀ ਬੁੱਧ ਹੈ ਉਨੀ ਸਿੱਖੀ ਹੈ। ਉਹਨੇ ਪਖੰਡੀਆਂ ਨੂੰ ਵੇਖਿਆ ਹੈ, ਇਸ ਕਰਕੇ ਉਹਦੀ ਉਨੀ ਕੀ ਬੁੱਧ ਹੈ, ਉੱਥੋਂ ਤੱਕ ਹੀ ਉਹਦੀ ਸੀਮਾ ਹੈ। ਗੁਰੂ ਦੇ ਸਾਧੂ ਤੇ ਭਗਤ ਕਬੀਰ ਹੋਣਗੇ ਨਾ, ਭਗਤ ਰਵੀਦਾਸ ਹੋਣਗੇ, ਬਾਬਾ ਦੀਪ ਸਿੰਘ ਹੋਣਗੇ, ਭਾਈ ਕਨਈਆ ਜੀ ਹੋਣਗੇ, ਭਾਈ ਮਤੀ ਦਾਸ ਹੋਣਗੇ, ਭਾਈ ਸਤੀ ਦਾਸ ਹੋਣਗੇ, ਤੇ ਜਿਸ ਦੇ ਨਾਲ ਜਿਹੜੀ ਇਹ ਸਾਈਕੋਲੋਜੀ 'ਚ ਸਾਧੂ ਦੀ ਇਮੇਜ ਬਦਲੀ ਕਿ ਨਹੀਂ ਮੈਂ ਪਖੰਡੀਆਂ ਨੂੰ ਆਪੇ ਮੈਂ ਸਾਧੂ ਕਹੀ ਜਾਣਾ, ਆਪੇ ਹੀ ਮੈਂ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਸੋਚੀ ਜਾਣਾ। ਉਸ ਦਿਨ ਇੱਕ ਮਾਇਆ ਦੀ ਬੜੀ ਅਚਰਜ ਬਾਤ ਸਮਝ ਆਈ ਕਿ ਮਨੁੱਖ ਆਪ ਹੀ ਪਹਿਲਾਂ ਕਿਸੇ ਚੀਜ਼ ਦੇ ਲੇਬਲ ਲਾ ਲੈਂਦਾ ਕਿ ਆਪ ਹੀ ਉਹਦਾ ਵਿਰੋਧ ਕਰੀ ਜਾਂਦਾ, ਤੇ ਉਹ ਮਾਇਆ ਜਾਲ 'ਚ ਬਸ ਏਦਾਂ ਹੀ ਫਸਿਆ ਰਹਿੰਦਾ। ਤੁਸੀਂ ਹੁਣ ਵਿਚਰਦੇ ਆ ਕਿਤੇ ਇੱਕ ਅਭਿਆਸ ਕਰ ਰਹੇ ਹੋ, ਜਿਹੜੇ ਗੁਰਸਿੱਖ ਪਿਆਰੇ ਨੇ, ਤੁਸੀਂ ਵੇਖਿਓ ਜਿਹੜੀ ਚੀਜ਼ ਦਾ ਆਪ ਜੀ ਦੇ ਅੰਦਰ ਵਿਰੋਧ ਪੈਦਾ ਹੁੰਦਾ ਹੋਏਗਾ ਨਾ, ਉਹਨੂੰ ਪਿੱਛੇ ਜਾ ਕੇ ਦੇਖੋਗੇ ਤੇ ਜ਼ਿਆਦਾਤਰ ਏਦਾਂ ਹੁੰਦਾ ਕਿ ਲੇਬਲ ਵੀ ਅਸੀਂ ਲਾਉਣ ਦੇ, ਜਿਵੇਂ ਅਸੀਂ ਪਖੰਡੀਆਂ ਤੇ ਲੇਬਲ ਲਾ ਲਿਆ ਇੱਕ ਅਸੀਂ ਸਾਧੂ, ਕਿਉਂਕਿ ਸਾਰੇ ਕਹਿੰਦੇ ਅਸੀਂ ਵੀ ਲੇਬਲ ਲਾ ਲਿਆ ਸਾਧੂ ਦਾ, ਨਾਲ ਹੀ ਵਿਰੋਧ ਵੀ ਕਰੀ ਜਾਂਦੇ। ਫਿਰ ਗੁਰੂ ਨਾਨਕ ਦੇ ਜਿਹੜੇ ਪਿਆਰੇ ਸਾਧੂ ਨੇ ਉਹਨਾਂ ਦੀ ਪਕੜ ਨਹੀਂ ਆਈ, ਫਿਰ ਅਸੀਂ ਕਿਤੇ ਨਾ ਕਿਤੇ ਭੁੱਲ ਹੀ ਜਾਵਾਂਗੇ ਕਿ ਸਾਧੂ ਕੀ ਹੁੰਦੇ।
ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਬੱਚੇ ਦੇ ਮਾਤਾ ਪਿਤਾ ਸਾਧੂ ਹੋਣ, ਉਹ ਆਪਣੇ ਗੁਰੂ ਨਾਨਕ ਦੇ ਰੰਗ ਚ ਰੰਗੇ ਹੋਣ, ਉਹਨਾਂ ਨੇ ਗੁਰਸਿੱਖੀ ਨੂੰ ਮਾਣਿਆ ਹੋ, ਉਹ ਮਨ ਦੀ ਪਕੜ ਨੂੰ ਸਮਝਦੇ ਹੋਣ। ਜੇ ਬੱਚਾ ਜਿਹੜਾ ਹੈ ਉਹ ਕਿਤੇ ਮੀਨ ਹੁੰਦਾ ਹੈ, ਬੱਚੇ ਚ ਕੋਈ ਔਗਣ ਆਉਂਦਾ ਹੈ, ਤੇ ਉਹਨਾਂ ਨੂੰ ਪਤਾ ਹੋਵੇ ਇਹ ਔਗਣ ਤੋਂ ਪਾਰ ਕਿੱਦਾਂ ਜਾਈਦਾ। ਸਭ ਤੋਂ ਪਹਿਲੀ ਖੁਸ਼ਬੂ ਜਿਹੜੀ ਹੈ ਨਾ ਉਹ ਇੱਥੇ ਕਿ ਮਾਂ ਬਾਪ ਹੋਵੇ। ਸਭ ਤੋਂ ਜ਼ਰੂਰੀ ਹੈ ਪਹਿਲੀ ਬਾਤ ਤੇ ਜੇ ਮਾਤਾ ਪਿਤਾ ਹੋਣਗੇ ਤੇ ਜ਼ਰੂਰੀ ਨਹੀਂ ਹੈ ਕਿ ਬੱਚਾ ਜਿਹੜਾ ਹੈ ਉਹਦੇ ਚ ਕੋਈ ਔਗਣ ਆਵੇ, ਕਿਉਂਕਿ ਉਹਨੂੰ ਤੱਕੜੀ ਮਿਲ ਜਾਂਦੀ, ਕੰਪੈਰੀਜ਼ਨ ਕਰਨ ਨੂੰ ਮਿਲ ਜਾਂਦਾ ਕਿ ਬਾਹਰ ਸਮਾਜ ਦੇ ਵਿੱਚ ਆਹ ਰੰਗ ਹੈ, ਮੇਰੇ ਮਾਤਾ ਪਿਤਾ ਕੋ ਆਹ ਰੰਗ ਹੈ। ਉਹਨੇ ਆਪਣੇ ਆਪ ਉਹ ਰੰਗ ਚੁਣ ਲੈਣਾ ਜਿਹੜਾ ਉਹਨੂੰ ਮੋਹਦਾ ਹੋਇਆ, ਜਿਹੜਾ ਉਹਨੂੰ ਆਪਣੇ ਵੱਲ ਨੂੰ ਖਿੱਚਦਾ ਹੋਇਆ। ਤੇ ਜੇ ਉਹਦਾ ਨਹੀਂ ਕਰ ਸਕਦੇ ਤੇ ਫਿਰ ਕੋਸ਼ਿਸ਼ ਕਰਿਆ ਕਰੋ ਜਿਹੜੇ ਉਹ ਰੰਗ ਚ, ਇਹਦੀ ਵੀ ਦੌੜ ਨਹੀਂ ਲਾਉਣੀ ਇੱਕਦਮ ਛੇਤੀ ਨਾ, ਇਹ ਆਪਣੇ ਗੁਰੂ ਨੂੰ ਬੇਨਤੀਆਂ ਕਰਨੀਆਂ, ਗੁਰੂ ਅੱਗੇ ਜਿਹੜਾ ਇਹ ਤਰਲਾ ਕਰਨਾ ਕਿ ਜਿੰਨੀ ਦੇਰ ਤੱਕ ਸਤਿਗੁਰੂ ਤੂੰ ਨਹੀਂ ਆਉਣਾ, ਜਿੰਨੀ ਦੇਰ ਤੱਕ ਤੂੰ ਮੈਨੂੰ ਨਹੀਂ ਮਿਲਣਾ, ਜਿਹੜੇ ਤੇਰੇ ਰੰਗ ਚ ਰੰਗੇ ਨੇ, ਜਿਹੜੇ ਤੇਰੀ ਖੁਸ਼ਬੂ ਬਖੇਰਦੇ ਨੇ, ਮੈਨੂੰ ਉਹਨਾਂ ਨਾਲ ਮਿਲਾ ਦੇ। ਸਤਿਗੁਰੂ ਆਪੇ ਮਿਲਾਉਣਗੇ, ਕਿਉਂਕਿ ਭਾਗਾਂ ਨਾਲ ਨਸੀਬ ਹੁੰਦਾ, ਐਵੇਂ ਨਹੀਂ। ਜੇ ਤੁਸੀਂ ਦੌੜੋਗੇ ਤੇ ਹੋ ਸਕਦਾ ਹੈ ਕੋਈ ਸਾਡੇ ਵਰਗਾ ਕਮਲਾ ਰਮਲਾ ਮਿਲ ਜਾਵੇ, ਉਹ ਐਵੇਂ ਚਾਰ ਗੱਲਾਂ ਕਰਕੇ ਆਪ ਜੀ ਨੂੰ ਪਰਮਾ ਲੇ, ਆਪਣੇ ਗੁਰੂ ਨੂੰ ਕਿਹਾ। ਤੇ ਬਾਕੀ ਸਤਿਗੁਰੂ ਸਭਨਾਂ ਦੀ ਜਾਣਦੇ ਨੇ। ਬੱਚਿਆਂ ਨਾਲ ਦੋ ਅਭਿਆਸ ਕਰ ਲਿਆ ਕਰੋ, ਇੱਕ ਤੇ ਆਪਣੇ ਕਲਗੀਆਂ ਵਾਲੇ ਨੂੰ ਕਿਹਾ ਕਰੋ ਕਿ ਗੁਰੂ ਪਿਤਾ ਇਹ ਬੱਚੇ ਜਿਹੜੇ ਨੇ ਤੇਰੇ ਨੇ। ਬੱਚਿਆਂ ਨੂੰ ਸਿਖਾਓ ਕਿ ਇਹ ਜਗਤ ਜਿਹੜਾ ਹੈ ਇੱਥੇ ਜੀਣ ਦਾ ਇੱਕੋ ਹੀ ਇੱਕ ਤਰੀਕਾ ਹੈ ਕਿ ਆਪਣੇ ਗੁਰੂ ਵਾਸਤੇ ਜੀਣਾ। ਦੇਖੋ ਮਤਲਬ ਹੀ ਸਵਾਰਥ ਤੇ ਸਮਰਪਣ ਦੀ ਸ਼ੁਰੂ ਚ ਬਾਤ ਕੀਤੀ ਸੀ, ਉਹ ਇਹੋ ਹੀ ਰੰਗ ਹੈ। ਸਵਾਰਥ ਅਸੀਂ ਸੰਸਾਰ ਚ ਕਰਦੇ ਹਾਂ। ਬੱਚਾ ਮਾਂ ਨੂੰ ਖੁਸ਼ ਕਰਨ ਲੱਗੇ ਕਿ ਮਾਂ ਨੂੰ ਖੁਸ਼ ਕਰਨਾ ਹੈ, ਤੇ ਉਹਦੇ ਬਿਹਾਈਂਡ ਉਹਦਾ ਮੋਟਿਵ ਕੁਝ ਨਾ ਕੁਝ ਹੋਏਗਾ। ਕਿਉਂ ਮਾਂ ਨੂੰ ਖੁਸ਼ ਕਰਨਾ ਚਾਹੁੰਦਾ ਹੈ? ਮਾਂ ਤੋਂ ਕੁਝ ਵਾਪਸ ਚਾਹੁੰਦਾ ਹੋਏਗਾ, ਚਾਹੇ ਪ੍ਰੇਮ ਹੀ ਚਾਹੁੰਦਾ ਹੋਵੇ ਕਿ ਮਾਂ ਮੈਨੂੰ ਚੰਗਾ ਕਵੇ, ਮਾਂ ਵੀ ਮੈਨੂੰ ਪਿਆਰ ਕਰੇ। ਇੱਕ ਸਿਰਫ ਜਿਹੜਾ ਹੈ ਉਹ ਮਾਂ ਨੂੰ ਪਿਆਰ ਕਰਦਾ ਹੈ, ਬਸ ਉਹਨੂੰ ਮਾਂ ਦੀ ਝਿੜਕ ਵੀ ਪਿਆਰੀ ਲੱਗਦੀ। ਮਾਂ ਉਹਨੂੰ ਝਿੜਕਦੀ ਏ ਬਿਨਾਂ ਵਜ੍ਹਾ ਵੀ, ਕਿਸੇ ਗੱਲੋਂ ਆਪਣੇ ਕਿਸੇ ਕ੍ਰੋਧ ਚ ਝਿੜਕ ਦਿੰਦੀ, ਕਿਸੇ ਭੁਲੇਖੇ ਚ ਝਿੜਕ ਦਿੰਦੀ, ਤੇ ਉਹਨੂੰ ਤਾਂ ਵੀ ਚੰਗਾ ਲੱਗਦਾ ਹੈ ਕਿ ਮਾਂ ਨੇ ਝਿੜਕਿਆ, ਪਿਤਾ ਨੇ ਝਿੜਕਿਆ ਹੈ, ਉਹਨੂੰ ਚੰਗਾ ਲੱਗੇ। ਉਹ ਤੇ ਸੱਚਾ ਪ੍ਰੇਮ ਹੋਇਆ। ਪਰ ਉਹ ਜਿਹੜਾ ਸਵਾਰਥ ਤੇ ਸਮਰਪਣ ਦਾ ਫਰਕ ਹੈ ਨਾ, ਉਹ ਅਸੀਂ ਕਰ ਨਹੀਂ ਸਕਦੇ। ਸਾਡੇ ਆਪਣੇ ਸੰਬੰਧ ਵੀ ਏਦਾਂ ਨੇ, ਅਸੀਂ ਬੱਚੇ ਨੂੰ ਚੀਜ਼ ਲੈ ਕੇ ਦਿੰਦੇ ਆ ਜੋ ਮੰਗਦਾ, ਉਹਦੀ ਵਜ੍ਹਾ ਕੀ ਹੈ ਕਿ ਸਾਨੂੰ ਚੰਗਾ ਚਾਹਵੇ। ਅੱਜ ਕੱਲ ਬਾਹਰ ਸੰਸਾਰ ਦੇ ਵਿੱਚ ਮਾਤਾ ਪਿਤਾ ਚ ਕੰਪੀਟੀਸ਼ਨ ਲੱਗਾ ਹੈ ਕਿ ਮਾਂ ਦਾ ਜੀ ਕਰਦਾ ਬੱਚੇ ਮੇਰੇ ਵੱਲ ਦੀ ਗੱਲ ਕਰਨ, ਪਿਤਾ ਦਾ ਜੀ ਕਰਦਾ ਮੇਰੇ ਵੱਲ ਦੀ ਗੱਲ ਕਰਨ। ਮਾਂ ਦਾ ਜੀ ਕਰਦਾ ਮਾਂ ਜਿਹੜੀ ਏ ਉਹਨੂੰ ਕਹਿਣ ਅਸੀਂ ਮਾਂ ਨੂੰ ਜ਼ਿਆਦਾ ਪਿਆਰ ਕਰਦੇ, ਹਰ ਗੱਲ ਮਾਂ ਵੱਲ ਦੀ ਕਰਨ, ਪਿਤਾ ਨੂੰ ਲੱਗਦਾ ਇਹ ਮੈਨੂੰ ਜ਼ਿਆਦਾ ਕਰਨ। ਅਸੀਂ ਕਈਆਂ ਪਰਿਵਾਰਾਂ ਚ ਭੈਣਾਂ ਏਦਾਂ ਜਾ ਕੇ ਦੇਖਿਆ ਏ, ਉੱਥੇ ਕਈ ਵਾਰ ਏਦਾਂ ਹੁੰਦਾ ਕਿ ਉਹ ਜਦੋਂ ਗੱਲਾਂ ਕਰਦੇ ਨੇ ਤੇ ਗੱਲਾਂ ਤੇ ਆਪਣੀ ਵੱਲੋਂ ਨੋਰਮਲ ਸਬੈਹੀ ਜਿੱਦਾਂ ਸਾਰੇ ਕਰਦੇ ਨੇ ਏਦਾਂ ਕਰਦੇ ਨੇ, ਪਰ ਅਸੀਂ ਹੈਰਾਨ ਹੋ ਜਾਂਦੇ। ਉਹ ਕਹਿੰਦੇ ਵੀ ਨਹੀਂ ਇਹਦੇ ਨਾਲ ਨਹੀਂ ਬੱਚੇ ਕਰਦੇ, ਬੱਚੇ ਮੈਨੂੰ ਸਾਰੀ ਗੱਲ ਦੱਸਦੇ। ਅਸੀਂ ਬੈਠੇ ਸੋਚ ਰਹੇ ਹੁੰਦੇ ਕਿ ਕਿੰਨੀ ਗਲਤ ਬਾਤ ਹੈ ਨਾ। ਪਰਿਵਾਰ ਦੇ ਵਿੱਚ ਵੀ ਜਿਹੜਾ ਹੈ ਉਹ ਗਰੁੱਪਿਜ਼ਮ ਸਿਖਾ ਦਿੱਤਾ ਗਿਆ। ਸਭ ਤੋਂ ਜ਼ਰੂਰੀ ਹੈ ਕਿ ਬੱਚਿਆਂ ਨੂੰ ਜਿਹੜਾ ਹੈ ਆਪਣੇ ਕਿ ਮਾਂ ਦੀ ਪੁੱਤ ਸੇਵਾ ਕਰਨੀ ਹੈ ਤੇ ਆਪਣੇ ਗੁਰੂ ਪਿਤਾ ਕਰਕੇ ਕਰੇ, ਗੁਰੂ ਦੀ ਖੁਸ਼ੀ ਲੈਣ ਵਾਸਤੇ ਕਰੀ। ਤੂੰ ਪੜ੍ਹਾਈ ਕਰਨੀ ਹੈ ਆਪਣੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਕਰੀ। ਤੂੰ ਕੱਲ ਨੂੰ ਡਾਕਟਰ ਬਣਿਆ, ਇੰਜੀਨੀਅਰ ਬਣਿਆ, ਵਕੀਲ ਬਣਿਆ, ਜੱਜ ਬਣਿਆ, ਪ੍ਰੈਜ਼ੀਡੈਂਟ ਬਣਿਆ, ਤੇ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਕਰੀ। ਜਿੰਨੀ ਮਹਿੰਦਾ ਲਾਲ ਰਜਾਇਆ, ਜਿਹਨੇ ਆਪਣੇ ਪਿਆਰੇ ਨੂੰ ਰਜਾ ਲਿਆ, ਉਹਨੂੰ ਰਜਾਉਣ ਵਾਸਤੇ ਕਰੀ। ਜਿਸ ਦਿਨ ਤੂੰ ਉਹਨੂੰ ਰਜਾਉਣ ਵਾਸਤੇ ਕਰੇਗਾ ਉਸ ਦਿਨ ਤੂੰ ਵਾਪਸ ਨਹੀਂ ਮੰਗੇਗਾ, ਸਵਾਰਥੀ ਨਹੀਂ ਹੋਏਗਾ। ਤੈਨੂੰ ਮਾਂ ਦੀ ਸੇਵਾ ਮਿਲ ਗਈ ਤੇ ਤੈਨੂੰ ਲੱਗਣਾ ਇਸ ਸੇਵਾ ਨਾਲ ਮੇਰਾ ਸਾਹਿਬ ਰਜਾਇਆ ਜਾਣਾ ਹੈ। ਉਹਨੇ ਕਹਿਣਾ ਮਾਂ ਦੀ ਸੇਵਾ ਕੀਤੀ, ਬਸ ਕਾਫੀ ਹੈ ਮੇਰੇ ਵਾਸਤੇ, ਸੇਵਾ ਹੀ ਕਾਫੀ ਹੋ ਜਾਣੀ ਹੈ। ਉਸ ਦਿਨ ਸਿਰਫ ਦੇਣਾ ਹੀ ਦੇਣਾ ਰਹਿ ਜਾਣਾ, ਲੈਣਾ ਨਹੀਂ ਹੋ ਜਾਣਾ। ਜਿਸ ਦਿਨ ਅਸੀਂ ਇਹ ਗੁਣ ਆਪਣੇ ਬੱਚਿਆਂ ਨੂੰ ਸਿਖਾ ਸਕੇ ਨਾ,
उस दिन तुसीं हैरान होवोगे, ये मीन नहीं होणगे, ये स्वार्थी नहीं होणगे, ये क्रोधी नहीं होणगे। एक ते ये बच्चों नूं बिठा के जिहड़ा है बहुता ज़्यादा नहीं, हौली हौली इन्हां दे अंदर संस्कार पाउणे। ते बाकी सब तो जरूरी है कि माँ ते पिता दोवें जाने जिहड़े ने वो भी अभ्यास करन अपने मन तो पार जाण दी, गुरु पिता दे रंगां नूं मानण दी। मन कित्थे कित्थे अड़चना बनदा, किहड़ियां किहड़ियां आकर्षण, किहड़ियां किहड़ियां वासनावां आकर्षण बनदियां। फिर आप जी नूं सहज च ही पता लग जाया करना कि जे बच्चा जिहड़ा है वो इत्थे आ करन दिया है ते ये आ कित्थों रिहा है। जिन्हां ने अपने मन नूं कमाया होवे, अपने मन नूं जिहड़ा है वो रंग च रंगण दी खेड च गए होण ना, उन्हां नूं ते मन दी चंचलता दा जिहड़ी एक तरंग है ना कि ये चंचलता वल नूं जाण लगा, उत्थे पता लग जांदा। इस करके दो चीज़ां जरूरी ने, जेड़े जेड़े माता पिता चाहुंदे ने आप रंग च जाना पैना है, दूजा सतगुरु दे रंगां नूं मानण दी, ਉਹਦੇ ਵਾਸਤੇ ਜੀਣ ਦੀ ਜਿਹੜੀ ਸਿੱਖਿਆ ਹੈ ਉਹ ਬਾਰ-ਬਾਰ ਬੱਚਿਆਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਿੱਕੇ ਨਿੱਕੇ ਅਭਿਆਸ ਬਣਾ ਕੇ ਹਨਾ ਅਰਦਾਸਾਂ ਦੇ ਵਿੱਚ ਜਿਹੜਾ ਹੈ ਉਹ ਕਾਰਜ ਕਰਨੇ ਪੈਣੇ ਨੇ। ਇਹ ਦੋ ਤਿੰਨ ਅਭਿਆਸ ਕਰੋਗੇ ਤੇ ਫਰਕ ਪਏਗਾ। हाँ जी वाहिगुरू जी, होर किसी चीज़ का कोई प्रश्न? ਇੱਕ ਹੋਰ ਕੁਐਸਚਨ ਸੀ ਮੇਰਾ ਕਿ ਜਿਵੇਂ ਅਸੀਂ ਮਾਤਾ ਪਿਤਾ ਦੀ ਜ਼ਿੰਮੇਵਾਰੀ ਤੁਸੀਂ ਸਮਝਾਈ ਠੀਕ ਹੈ, ਪਰ ਜੇ ਅਸੀਂ ਗੁਰਦੁਆਰਾ ਕਮੇਟੀ ਵੱਲੋਂ ਜੇ ਆਪਾਂ ਸਾਰੇ ਬੱਚਿਆਂ ਦੇ ਲਈ ਕੁਝ ਚੰਗਾ ਕਰਨਾ ਚਾਹੀਏ ਜੋ ਉਹਦੇ ਵਿੱਚ ਕੁਝ ਸੁਝਾਅ ਦੇ ਸਕੋ ਤਾਂ ਫਿਰ ਉਹਨਾਂ ਨੂੰ ਸਿੱਖੀ ਨਾਲ ਜੋੜ ਸਕੀਏ, ਕੁਝ ਅਭਿਆਸ ਉਹਨਾਂ ਨੂੰ ਜਿਹੜੇ ਇੱਥੇ ਕਰਨ ਨੂੰ ਦਿੱਤੇ ਜਾ ਸਕਣ ਤਾਂ ਕਿ ਉਹ, ਕਿਉਂਕਿ ਇੱਥੇ ਤਾਂ ਹਫ਼ਤੇ ਬਾਅਦ ਜਾ ਕੇ ਬੱਚੇ ਇਕੱਠੇ ਹੁੰਦੇ ਨੇ, ਉਹਦੇ ਲਈ ਕੋਈ ਸੁਝਾਅ ਤੁਸੀਂ ਦਿਓ ਕਿ ਅਸੀਂ ਕੀ ਕਰ ਸਕਦੇ ਹਾਂ ਬੱਚਿਆਂ ਨੂੰ ਜੋੜਨ ਲਈ ਸਿੱਖੀ ਨਾਲ। ਬੇਅੰਤ ਅਭਿਆਸ ਨੇ ਜਿਹੜੇ ਵਾਰੀ ਕਰਾਉਣੇ ਪੈਂਦੇ ਨੇ ਹਨਾ। ਇਹਦੇ ਵਾਸਤੇ ਜਿਹੜਾ ਸਭ ਤੋਂ ਜ਼ਰੂਰੀ ਹੈ ਕਿ ਉਹ ਤੇ ਇਹ ਹੈ ਕਿ ਜਦੋਂ ਤੁਸੀਂ ਬੱਚੇ ਨੂੰ ਸਿਖਾਉਣਾ ਹੈ ਤੇ ਸਭ ਤੋਂ ਜ਼ਰੂਰੀ ਹੈ ਬੱਚਾ ਜਿਹੜਾ ਹੈ ਨਾ, ਸਤਿਗੁਰੂ ਜਿਵੇਂ ਕਹਿੰਦੇ ਨੇ ਨਾ ਕਿ ਪਿਆਰ ਉਪੰਨੀ ਖੇਡ ਹੈ, ਕਿ ਖੇਡ ਨਾਲ ਪ੍ਰੇਮ ਹੈ ਜ਼ਿਆਦਾ। ਕਿ ਫਿਰ ਜਦੋਂ ਵੀ ਤੁਸੀਂ ਇਹਨੂੰ ਬੱਚੇ ਨੂੰ ਜਿਹੜਾ ਹੈ ਉਹ ਖੇਡ ਦਾ ਨਾਲ ਲਾਲਚ ਦੇ ਕੇ ਜਿਹੜਾ ਹੈ ਉਹ ਚੀਜ਼ਾਂ ਨੂੰ ਸਿਖਾਉਣ ਦਾ, ਖੇਡ ਦੇ ਵਿੱਚ ਚੀਜ਼ਾਂ ਨੂੰ ਸਿਖਾਉਣ ਦਾ ਜਿਹੜਾ ਹੈ ਉਹ ਨਾਲ ਜ਼ਰੂਰ ਕਰੋ। ਕਿ ਬੱਚੇ ਨੂੰ ਜੇ ਮੰਨ ਲਓ ਕਿ ਗੁਰੂ ਘਰ ਜਿਹੜਾ ਹੈ ਬੱਚਿਆਂ ਨੂੰ ਥੋੜਾ ਸਮਾਂ ਕਿਤੇ ਖੇਡਣ ਦਾ ਜਾਂ ਆਸੇ ਪਾਸੇ ਕੋਈ ਏਦਾਂ ਦਾ ਰੁਝਾਨ ਹੋ ਜੇ ਜਿਹੜਾ ਬੱਚਿਆਂ ਨੂੰ ਚੰਗਾ ਲੱਗਦਾ ਹੈ, ਤੇ ਫਿਰ ਬੱਚੇ ਆਪਣੇ ਆਪ ਜਿਹੜਾ ਹੈ ਉੱਥੇ ਆਉਣਗੇ ਵੀ। ਉਹਦੇ ਨਾਲ ਜਿਹੜਾ ਹੈ ਉਹਨਾਂ ਨੂੰ ਕੁਝ ਜਿਹੜੀਆਂ ਸਿੱਖਿਆਵਾਂ ਨੇ, ਕੁਝ ਕਹਿ ਲਓ ਕਿ ਨਾਮ ਸਿਮਰਨ ਦੇ ਰੰਗ, ਜਿਵੇਂ ਬਾਣੀ ਦੇ ਬਹੁਤ ਥੋੜੇ, ਇਹ ਵੀ ਧਿਆਨ ਰੱਖਿਓ ਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਜਿਹੜਾ ਇਹ ਦੇਖਿਆ ਹੈ ਕਿ ਬੱਚੇ ਤੇ ਜਿਹੜਾ ਹੈ ਉਹ ਜ਼ਿਆਦਾ ਚੀਜ਼ਾਂ ਨੇ, ਬਹੁਤ ਰੁਝਾਨ ਨੇ ਕਿ ਬੱਚਿਆਂ ਨੇ ਸਕੂਲ ਵੀ ਜਾਣਾ, ਸਕੂਲ ਦਾ ਕੰਮ ਵੀ ਕਰਨਾ, ਫਿਰ ਉਹਨਾਂ ਨੇ ਕੀਰਤਨ ਦੀ ਕਲਾਸ ਵੀ ਲਾਉਣੀ, ਫਿਰ ਉਹਨਾਂ ਨੇ ਗੱਤਕੇ ਦੀ ਕਲਾਸ ਵੀ ਲਾਉਣੀ, ਫਿਰ ਉਹਨਾਂ ਨੇ ਪੰਜਾਬੀ ਦੀ ਕਲਾਸ ਵੀ ਲਾਉਣੀ। ਕਿ ਉਹ ਕਰਦਿਆਂ ਥੋੜਾ ਕਰਦਿਆਂ ਬਹੁਤ ਚੀਜ਼ਾਂ ਬੱਚੇ ਤੇ ਜਿਹੜੀਆਂ ਉਹ ਪੈ ਜਾਂਦੀਆਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਤੇ ਜੇ ਬੱਚਿਆਂ ਨੂੰ ਗੁਰੂ ਘਰ ਆਉਣ ਦੀ ਜਿਹੜੀ ਹੈ ਉਹ ਦੇਣੀ ਹੈ ਤੇ ਉਹਦੇ ਨਾਲ ਜ਼ਰੂਰੀ ਹੈ ਕਿ ਬੱਚਿਆਂ ਨੂੰ ਥੋੜਾ ਮੌਕਾ ਖੇਡਣ ਦਾ ਵੀ ਮਿਲੇ, ਜਿਹਦੇ ਨਾਲ ਉਹ ਚਾਈ ਕਹਿਣ ਕਿ ਹਾਂ ਉੱਥੇ ਜਾਣਾ ਹੈ, ਇੰਨਾ ਚਿਰ ਅਸੀਂ ਉੱਥੇ ਗੁਰੂ ਕੋਲ ਬਹਿਣਾ ਹੈ, ਇੰਨਾ ਚਿਰ ਖੇਡਣਾ ਹੈ। ਕਰਦਿਆਂ ਆਪੇ ਇੱਕ ਦਿਨ ਇਸ਼ਕ ਲੱਗ ਜਾਣਾ। ਦੂਜੀ, ਜਦੋਂ ਕਿਤੇ ਸਤਿਗੁਰੂ ਹੁਕਮ ਕਰਨਗੇ ਬੱਚਿਆਂ ਦਾ ਇੱਕ ਕੈਂਪ ਜਿਹੜਾ ਹੈ ਉਹ ਆਪ ਜੀ ਦੇ ਇੱਥੇ ਲਾ ਲਾਂਗੇ, ਉਹਦੇ ਵਿੱਚ ਜਿਹੜਾ ਇਹ ਬੱਚਿਆਂ ਦੇ ਅਭਿਆਸ ਤੋਰ ਲਾਂਗੇ।
ਫਿਰ ਬਾਕੀ ਆਪ ਜੀ ਨੂੰ ਆਪੇ ਪਕੜ ਚ ਆ ਜਾਣੀ ਕਿ ਹਾਂ ਆਹ ਅਭਿਆਸ ਜਿਹੜੇ ਨੇ ਅਗਲੇ ਕਰਨੇ ਨੇ। ਨਾਲੇ ਜਦੋਂ ਬੱਚਿਆਂ ਕੋ ਸਾਹਮਣੇ ਬਹਿ ਕੇ ਕਰਾਂਗੇ ਉਦੋਂ ਜ਼ਿਆਦਾ, ਇਕੱਲੇ ਇਕੱਲੇ ਬੱਚੇ ਦਾ ਕਈ ਵਾਰ ਥੋੜੇ ਥੋੜੇ ਬੱਚਿਆਂ ਦੇ ਥੋੜੇ ਥੋੜੇ ਅਭਿਆਸ ਹੁੰਦੇ, ਕੋਈ ਕਿਸੇ ਰੰਗ ਨੂੰ ਪਾਰ ਕਰਕੇ ਬੈਠਾ ਹੁੰਦਾ, ਕੋਈ ਕਿਸੇ ਰੰਗ ਨੂੰ ਕਿਸੇ ਨੂੰ ਸ਼ੁਰੂਆਤ ਤੋਂ ਕਰਨਾ ਪੈਂਦਾ। ਇਹ ਕਰਕੇ ਜਦੋਂ ਕਿਤੇ ਸਮਾਂ ਮਿਲੇਗਾ ਉਦੋਂ ਕੋਈ ਕੈਂਪ ਦੀ ਖੇਡ ਬਣਾ ਲਾਂਗੇ ਬੱਚਿਆਂ ਦੀ। ਗੁਰੂ